ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਤਖ਼ਤ ਚਵਰ ਛਤਰ ਦੇ ਮਾਲਕ, ਜੁਗ ਜੁਗ ਅਟਲ। ਪਤਿਤ ਪਾਵਨ ਭਗਤ ਵਤਸਲ, ਕਰਨਾ ਨਿਧਾਨ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸੱਜ ਰਹੇ ਦੀਵਾਨ ਵਿੱਚ ਆਪ ਸਭ ਸੰਗਤ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਨਿਤਨੇਮ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਸਭ ਸੰਗਤ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ। ਅੱਜ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਅਤੇ ਅੱਸੂ ਦਾ ਮਹੀਨਾ ਕੱਲ੍ਹ ਸਤਿਗੁਰਾਂ ਦੀ ਵਾਹਿਗੁਰੂ ਪਰਮੇਸ਼ਰ ਦੀ ਅਪਾਰ ਕਿਰਪਾ ਸਦਕਾ ਬਤੀਤ ਹੋਇਆ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਬਾਰਾਂਮਾਹ ਬਾਣੀ ਅੰਦਰ ਮਾਝ ਰਾਗ ਦੇ ਵਿੱਚ ਜੋ ਕੱਤਕ ਮਹੀਨੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਆ, ਆਪ ਸਭ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਇਸ ਮਹੀਨੇ ਅੰਦਰ ਸਾਨੂੰ ਸੁਚੇਤ ਕਰਦੇ ਹਨ ਕਿ ਹੇ ਜੀਵ, ਤੈਨੂੰ ਕਿਹੋ ਜਿਹੇ ਕਰਮ ਕਰਨੇ ਚਾਹੀਦੇ ਨੇ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਜੀਵ ਆਪ ਸੰਸਾਰ ਦੇ ਅੰਦਰ ਚੰਗੇ ਅਤੇ ਮਾੜੇ ਕਰਮ ਕਰਦਾ ਹੈ ਅਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜਨਮ ਲੈ ਕੇ ਆਉਂਦਾ ਹੈ, ਚਲੇ ਜਾਂਦਾ ਹੈ। ਕਰਮ ਕਿੰਨੇ ਤਰ੍ਹਾਂ ਦੇ ਹਨ, ਸਤਿਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਕੱਤਕ ਮਹੀਨੇ ਅੰਦਰ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਭਾਈ, ਜੋ ਜੀਵ ਚੰਗੇ ਅਤੇ ਮਾੜੇ ਕਰਮ ਕਰਦੇ ਹਨ, ਇਹਨਾਂ ਦੇ ਆਪਣੇ ਹੀ ਕੀਤੇ ਹੋਏ ਨੇ, ਔਰ ਦੋਸ ਨਾ ਕਾਹੂ ਜੋਗ, ਕਿਸੇ ਦੂਸਰੇ ਨੂੰ ਜੋਗ ਸਮਝ ਕੇ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿ ਇਸ ਨੇ ਮੇਰੇ ਕੋਲੋਂ ਇਹੋ ਜਿਹੇ ਕਰਮ ਕਰਾਏ ਨੇ ਜਾਂ
ਮੇਰੇ ਜੀਵਨ ਅੰਦਰ ਜੋ ਦੁੱਖ ਮਿਲੇ, ਜੋ ਘਾਟੇ ਪਏ, ਉਸ ਦਾ ਕਾਰਨ ਕੋਈ ਹੋਰ ਹੈ, ਇਹ ਕਹਿਣਾ ਨਹੀਂ ਬਣਦਾ। ਕਤਕ ਨਾਮ ਹੁੰਦਾ ਕੱਤਣ ਦਾ। ਜਿਵੇਂ ਸੂਤ ਕੱਤ ਲਈਦਾ, ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਜੀਵ ਆਪਣੇ ਜੀਵਨ ਅੰਦਰ ਕਰਮਾਂ ਨੂੰ ਕਰਦਾ ਹੈ। ਜੋ ਅਸੀਂ ਸੰਸਾਰ ਦੇ ਵਿੱਚ ਕਰਮ ਕਰ ਰਹੇ ਹਾਂ, ਅੱਜ ਤੱਕ ਜੋ ਵੀ ਕੀਤਾ ਹੈ ਸਾਧ ਸੰਗਤ, ਉਹ ਕੀਤੇ ਹੋਏ ਕਰਮ ਸਾਡੇ ਲੇਖੇ ਵਿੱਚ ਜਮ੍ਹਾਂ ਹੋ ਜਾਂਦੇ ਨੇ। ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ। ਜਦੋਂ ਜੀਵ ਸੰਸਾਰ ਤੋਂ ਜਾਂਦਾ ਹੈ, ਇਹਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਹੁੰਦਾ ਹੈ। ਜਿਹੜੇ ਕਰਮ ਇਸ ਨੂੰ ਪਹਿਲਾਂ ਫਲ ਦੇਣ ਲਈ ਤਿਆਰ ਹੋ ਜਾਂਦੇ ਨੇ, ਉਹਨਾਂ ਅਨੁਸਾਰ ਜੀਵਨ ਪ੍ਰਾਪਤ ਹੁੰਦਾ ਹੈ, ਸੰਜੋਗ ਮਿਲਦੇ ਹਨ, ਵਿਜੋਗ ਹੁੰਦਾ ਹੈ, ਦੁੱਖ ਸੁੱਖ ਮਿਲਦੇ ਨੇ। ਮਸਤਕ ਵਿੱਚ ਲੇਖਾ ਲਿਖਿਆ ਜਾਂਦਾ ਹੈ, ਉਸ ਨੂੰ ਪ੍ਰਲਬਧ ਕਹਿੰਦੇ ਨੇ। ਇਸ ਪ੍ਰਲਬਧ ਨੂੰ ਪ੍ਰਾਪਤ ਕਰਕੇ ਆਪਣੇ ਕੀਤੇ ਹੋਏ ਕਰਮਾਂ ਨੂੰ ਮਸਤਕ ਵਿੱਚ ਲਿਖਾ ਕਰਕੇ ਜੀਵ ਸੰਸਾਰ ਅੰਦਰ ਆਉਂਦਾ ਹੈ। ਲਿਖ ਦਾਤ ਜੋਤ ਵਡਿਆਈ, ਜਿਹੜੀਆਂ ਸੰਸਾਰ ਅੰਦਰ ਸਾਨੂੰ ਦਾਤਾਂ ਪ੍ਰਾਪਤ ਹੋਣੀਆਂ ਨੇ, ਕਿੰਨੀ ਸਾਨੂੰ ਵਡਿਆਈ ਮਿਲਣੀ ਹੈ, ਕਿੰਨਾ ਸਮਾਂ ਸਰੀਰ ਦੇ ਅੰਦਰ ਜੋਤ ਵਾਹਿਗੁਰੂ ਦੀ ਚੇਤਨ ਸੱਤਾ ਨੇ ਟਿਕ ਕੇ ਰਹਿਣਾ ਹੈ, ਕਿੰਨੀ ਉਮਰ ਹੈ, ਵਾਧੇ ਘਾਟੇ, ਇਹ ਸਭ ਕੁਝ ਲਿਖਿਆ ਹੋਇਆ ਹੈ। ਫਿਰ ਜੋ ਸਾਧ ਸੰਗਤ ਕਰਮ ਸਾਡੇ ਮਸਤਕ ਵਿੱਚ ਪਏ ਹਨ, ਪਰ ਉਹਨਾਂ ਦਾ ਫਲ ਨਹੀਂ ਮਿਲਿਆ, ਉਹਨਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ। ਉਹ ਜਿਹੜੇ ਕਰਮ ਨੇ ਬੰਦਗੀ ਕੀਤਿਆਂ, ਨਾਮ ਜਪਿਆਂ, ਸੇਵਾ ਸਿਮਰਨ ਵਿੱਚ ਜੁੜਨ ਕਰਕੇ ਖਤਮ ਹੋ ਜਾਂਦੇ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕ ਠੇ, ਏਕ ਰੱਤੀ ਲੈ ਪਾਹੇ। ਜਿਹੜੀ ਜੀਵਨ ਅੰਦਰ ਪ੍ਰਲਬਧ ਪ੍ਰਾਪਤ ਹੋਈ ਹੈ, ਇਹ ਬਦਲੀ ਨਹੀਂ ਜਾ ਸਕਦੀ। ਜਿਵੇਂ ਇੱਕ ਤੀਰ ਕਮਾਨ ਵਿੱਚੋਂ ਛੁੱਟ ਕਰਕੇ ਨਿਸ਼ਾਨੇ ਵਾਲੇ ਪਾਸੇ ਜਾਂਦਾ ਹੈ, ਉਹਨੂੰ ਰੋਕਣਾ ਔਖਾ ਹੁੰਦਾ ਹੈ, ਪਰ ਉਹ ਹੌਲੀ ਹੌਲੀ ਆਪਣੇ ਨਿਸ਼ਾਨੇ ਤੱਕ ਪਹੁੰਚਦਿਆਂ ਕਮਜ਼ੋਰ ਹੋ ਜਾਂਦਾ ਹੈ, ਉਹਦੀ ਰਫ਼ਤਾਰ ਘਟ ਜਾਂਦੀ ਹੈ, ਡਿੱਗ ਪੈਂਦਾ ਹੈ। ਇਸ ਤਰ੍ਹਾਂ ਹੀ ਜਿਹੜੇ ਪ੍ਰਲਬਧ ਕਰਮ ਹਨ, ਇਹ ਆਪਣਾ ਫਲ ਦੇ ਕਰਕੇ ਨਾਸ ਹੋ ਜਾਂਦੇ ਨੇ। ਜਿਸ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੇ ਸਤਿਗੁਰੂ ਜੀ ਚਾਹਣ ਤਾਂ ਕਰਮ ਮਿਟ ਜਾਂਦੇ ਨੇ, ਗੁਰੂ ਸਾਹਿਬ ਸੁਪਨੇ ਵਿੱਚ ਭੁਗਤਾ ਦਿੰਦੇ ਹਨ। ਸੋ ਰਹੋ ਵਿਚਾਰ, ਮਾਰੇ ਬਚਨ ਕਰਦੇ ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਜੀਵ ਦੇ ਜਿਹੜੇ ਆਪਣੇ ਕੀਤੇ ਹੋਏ ਕਰਮ ਹਨ, ਉਹ ਇਸ ਨੇ ਆਪ ਕਮਾਏ ਹੋਏ ਨੇ, ਆਪ ਕੀਤੇ ਹੋਏ ਨੇ, ਤੇ ਦੋਸ ਨਾ ਕਾਹੂ ਜੋਗ। ਕਿਸੇ ਨੂੰ ਦੋਸ਼ ਦੇਣ ਦੇ ਯੋਗ ਨਹੀਂ ਸਮਝਿਆ ਜਾ ਸਕਦਾ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਦੁੱਖ ਸੁੱਖ ਪਰਬ ਜਨਮ ਕੇ ਕੀਏ, ਸੋ ਜਾਣੈ ਜਨ ਦਾਤੈ ਦੀਏ। ਮਹਾਰਾਜ ਕਹਿੰਦੇ ਉਹ ਪਰਮਾਤਮਾ ਜਾਣਦਾ ਹੈ, ਜਿਹਨੇ ਤੈਨੂੰ ਜੀਵਨ ਦੇ ਅੰਦਰ ਕੀਤੇ ਹੋਏ ਕਰਮਾਂ ਅਨੁਸਾਰ ਦੁੱਖ ਅਤੇ ਸੁੱਖ ਦਿੱਤਾ ਹੈ। ਜਿਵੇਂ
ਇਹ ਇੱਕ ਛੋਟੀ ਜਿਹੀ ਵਾਰਤਾ ਆਉਂਦੀ ਹੈ। ਇੱਕ ਦਿਵਿਓ ਦਾਸ ਰਾਜਾ ਹੋਇਆ। ਇਹਦੀ ਸਪੁੱਤਰੀ ਉਸ ਦੇ ਰਾਜੇ ਨੇ ਕਈ ਵਿਆਹ ਕੀਤੇ, 21-22 ਵਿਆਹ ਕਰ ਦਿੱਤੇ। ਪਰ ਜਦੋਂ ਵਿਆਹ ਕਰਦਾ ਸੀ, ਸਾਧ ਸੰਗਤ ਫੇਰੇ ਹੁੰਦੇ ਸਨ, ਉਸੇ ਸਮੇਂ ਉਸ ਲੜਕੀ ਦਾ ਪਤੀ ਮਰ ਜਾਂਦਾ ਸੀ। ਫਿਰ ਰਾਜਾ ਹੋਰ ਕੋਈ ਲੜਕਾ ਲੱਭ ਕੇ ਇਹਦਾ ਵਿਆਹ ਕਰਦਾ। ਇਸ ਤਰ੍ਹਾਂ 21-22 ਵਿਆਹ ਹੋਏ, ਪਰ ਇਹਦਾ ਕੋਈ ਵੀ ਪਤੀ ਜਿਉਂਦਾ ਨਾ ਰਿਹਾ। ਫਿਰ ਇਹ ਦੁਖੀ ਹੋ ਕਰਕੇ ਜੰਗਲ ਵਿੱਚ ਚਲੀ ਗਈ, ਤਾਂ ਉੱਥੇ ਇੱਕ ਤੋਤਾ ਤੋਤੀ ਬੈਠੇ ਸਨ ਦਰਖਤ ਤੇ। ਉਹਨਾਂ ਨੂੰ ਕਿਸੇ ਕਰਮ ਕਰਕੇ ਇਹ ਜਨਮ ਮਿਲਿਆ ਸੀ, ਪਰ ਪਿਛਲੇ ਜਨਮਾਂ ਦੀ ਸੋਝੀ ਸੀ। ਤੋਤਾ ਕਹਿਣ ਲੱਗਿਆ, ਜਿਹੜੀ ਇਹ ਲੜਕੀ ਹੈ ਨਾ, ਰੋ ਰਹੀ ਹੈ, ਇਹਦੇ ਆਪਣੇ ਕੀਤੇ ਹੋਏ ਕਰਮ ਹਨ। ਤਾਂ ਉਸ ਸਮੇਂ ਉਹ ਲੜਕੀ ਕਹਿਣ ਲੱਗੀ, ਮੇਰੇ ਕਿਹੜੇ ਕਰਮ ਨੇ, ਮੈਂ ਤਾਂ ਕੋਈ ਪਾਪ ਕੀਤਾ ਹੀ ਨਹੀਂ। ਕਿਉਂਕਿ ਮਨੁੱਖ ਆਪਣੇ ਉਸ ਜਨਮ ਵਿੱਚ ਝਾਕ ਮਾਰਦਾ, ਜਿਹੜਾ ਜਨਮ ਇਹਨੂੰ ਪ੍ਰਾਪਤ ਹੁੰਦਾ। ਪਿਛਲੇ ਜਨਮਾਂ ਬਾਰੇ ਇਹਨੂੰ ਕੋਈ ਗਿਆਨ ਨਹੀਂ ਹੁੰਦਾ। ਤੋਤਾ ਕਹਿਣ ਲੱਗਿਆ, ਤੂੰ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਦੀ ਲੜਕੀ ਸੀ, ਔਰ ਤੇਰਾ ਜੀਵਨ ਬਹੁਤਾ ਚੰਗਾ ਨਹੀਂ ਸੀ। ਤੇਰੇ ਪਿਤਾ ਨੇ ਤੇਰੀ ਸ਼ਾਦੀ ਕਰ ਦਿੱਤੀ, ਤੂੰ ਆਪਣੇ ਪਤੀ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਮਾੜੇ ਕੰਮ ਕਰਨ ਲੱਗ ਪਈ, ਵਿਭਚਾਰ ਕਰਨ ਲੱਗ ਪਈ। ਜਿਹੜੀਆਂ ਹੋਰ ਇਸਤਰੀਆਂ ਸੀ, ਉਹਨਾਂ ਨੂੰ ਵੀ ਇਹ ਕੰਮ ਸਿਖਾਇਆ, ਉਹਨਾਂ ਦਾ ਵੀ ਸਤੀ ਧਰਮ ਭ੍ਰਿਸ਼ਟ ਕਰ ਦਿੱਤਾ। ਤੇਰੀ ਸੰਗਤ ਕਰਕੇ ਬਹੁਤ ਜ਼ਿਆਦਾ ਇਸਤਰੀਆਂ ਨੇ ਆਪਣਾ ਜੀਵਨ ਖਰਾਬ ਕਰ ਲਿਆ, ਔਰ ਆਪਣੇ ਪਤੀ ਨੂੰ ਤੂੰ ਮਾਰ ਦੇਣਾ ਕੀਤਾ ਸੀ ਜ਼ਹਿਰ ਦੇ ਕਰਕੇ। ਇਸ ਕਰਕੇ ਇਸ ਜਨਮ ਅੰਦਰ ਤੈਨੂੰ ਇਹ ਪਾਪ ਲੱਗਿਆ ਹੈ ਕਿ ਕਦੇ ਵੀ ਤੈਨੂੰ ਪਤੀ ਪ੍ਰਾਪਤ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਅੰਮ੍ਰਿਤ ਬਾਣੀ ਅੰਦਰ ਬਚਨ ਕਰਦੇ ਨੇ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਜੇ ਕਿਸੇ ਨੇ ਸੱਜੇ ਹੱਥ ਨਾਲ ਮਾੜਾ ਕੰਮ ਕੀਤਾ ਤਾਂ ਉਹਨੇ ਸੱਜੇ ਹੱਥ ਨੂੰ ਸਜ਼ਾ ਮਿਲਦੀ ਹੈ। ਜੇ ਕੋਈ ਖੱਬੇ ਹੱਥ ਨਾਲ ਮਾੜਾ ਕਰਮ ਕਰੇਗਾ, ਖੱਬੇ ਨੂੰ ਸਜ਼ਾ ਮਿਲਦੀ। ਜਿਵੇਂ ਇੱਕ ਸਾਧੂ ਨੇ ਭੱਜੀ ਆਉਂਦੀ ਗਾਂ, ਉਹਦੇ ਪਿੱਛੇ ਕਸਾਈ ਸੀ। ਉਸ ਕਸਾਈ ਨੇ ਪੁੱਛਿਆ ਕਿ ਜਿਹੜੀ ਗਾਂ ਸੀ ਉਹ ਕਿਹੜੇ ਪਾਸੇ ਗਈ ਹੈ। ਤਾਂ ਉਸ ਸਾਧੂ ਨੇ ਸੋਚਿਆ ਵੀ ਜੇ ਮੈਂ ਰਸਨਾ ਦੇ ਨਾਲ ਬੋਲਾਂਗਾ ਤੇ ਪਾਪ ਲੱਗੇਗਾ। ਹੱਥ ਦਾ ਇਸ਼ਾਰਾ ਕੀਤਾ। ਹੱਥ ਦਾ ਇਸ਼ਾਰਾ ਕਰਨ ਕਰਕੇ ਅਗਲੇ ਜਨਮ ਵਿੱਚ ਉਹਦਾ ਹੱਥ ਵੱਢਿਆ ਗਿਆ। ਸਤਿਗੁਰੂ ਮਹਾਰਾਜ ਕਹਿੰਦੇ, ਇਸ ਤਰ੍ਹਾਂ ਜਿਹੜੇ ਜੀਵ ਕਰਮ ਕਰਦੇ ਨੇ ਨਾ, ਮਤ ਪੰਖੇਰੋ ਕਿਰਮਤ ਸਾਥ, ਕਬ ਉੱਤਮ ਕਬ ਨੀਚ। ਜਿਹੜੀ ਮੱਤ ਹੈ ਸਾਡੀ, ਇਹ ਪੰਖੇਰੂ ਪੰਛੀ ਦੀ ਤਰ੍ਹਾਂ ਹੈ। ਜਿਵੇਂ ਪੰਛੀ ਦਾ ਸੁਭਾਅ ਹੁੰਦਾ ਹੈ, ਸਾਧ ਸੰਗਤ ਕਦੇ ਫਲਦਾਰ ਰੁੱਖ ਤੇ ਬੈਠ ਜਾਂਦਾ ਹੈ, ਕਦੇ ਕਿੱਕਰ ਦੇ ਰੁੱਖ ਤੇ ਬੈਠ ਜਾਂਦਾ ਹੈ, ਕਦੇ ਸੁੱਕੇ ਰੁੱਖਾਂ ਤੇ, ਕਦੇ ਹਰਿਆਂ ਰੁੱਖਾਂ ਤੇ ਬੈਠ ਜਾਂਦਾ ਹੈ। ਇਸ ਤਰ੍ਹਾਂ ਹੀ ਜਿਹੜੀ ਮੱਤ ਹੈ, ਮਹਾਰਾਜ ਕਹਿੰਦੇ ਪੰਛੀ ਦੀ ਤਰ੍ਹਾਂ ਹੈ। ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ। ਕਦੇ ਉੱਚੀ ਮੱਤ ਹੋ ਜਾਂਦੀ ਹੈ, ਉੱਚੇ ਸੰਸਕਾਰ ਹੋ ਜਾਂਦੇ ਨੇ, ਆਪ ਵੀ ਸਿਆਣਾ ਹੁੰਦਾ, ਦੂਜਿਆਂ ਨੂੰ ਵੀ ਬੜਾ ਉਪਦੇਸ਼ ਦਿੰਦਾ, ਤੇ ਕਦੇ ਇੰਨਾ ਨੀਵਾਂ ਹੋ ਜਾਂਦਾ, ਦੂਜਿਆਂ ਦੇ ਸਮਝਾਇਆ ਵੀ ਸਮਝਦਾ ਨਹੀਂ। ਮਤ ਪੰਖੇਰੂ
किरत साथ कब उत्तम कब नीच, कब चंदन कब अक डाल, कब उच्ची प्रीत। कदे ਤਾਂ ਮਹਾਰਾਜ ਕਹਿੰਦੇ ਚੰਦਨ ਦੇ ਰੁੱਖ ਦੀ ਤਰ੍ਹਾਂ ਸੁਗੰਧੀ ਵਾਲਾ ਹੋ ਜਾਂਦਾ ਹੈ, ਕਦੇ ਅੱਕ ਦੀ ਤਰ੍ਹਾਂ ਕੌੜਾ ਹੋ ਜਾਂਦਾ ਹੈ। ਐਸਾ ਸੁਭਾਅ ਹੈ ਜੀਵ ਦਾ। ਜਿਹੜਾ ਅਸੀਂ ਕਰਮ ਕਰਦੇ ਆ ਨਾ, ਉਹ ਚੰਗੇ ਨੇ, ਜਿਵੇਂ ਹੁਣ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਫਿਰ ਸਮਝ ਪੈ ਜਾਂਦੀ ਹੈ ਕਿ ਜੋ ਵੀ ਦੁੱਖ ਸੁੱਖ ਤੇ ਜ਼ਿੰਦਗੀ ਅੰਦਰ ਮਿਲਿਆ ਹੈ, ਉਹ ਸਾਡੇ ਆਪਣੇ ਕੀਤੇ ਕਰਮਾਂ ਅਨੁਸਾਰ ਹੈ। ਕਿਸੇ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ। ਇਹਦਾ ਲਾਭ ਵੀ ਹੈ ਸਾਧ ਸੰਗਤ, ਜੇ ਅਸੀਂ ਗੁਰੂ ਸਾਹਿਬ ਦੇ ਬਚਨਾਂ ਤੇ ਪੂਰਨ ਭਰੋਸਾ ਕਰੀਏ। ਕਿਉਂਕਿ ਜਦੋਂ ਜੀਵ ਆਪ ਕੋਈ ਗਲਤੀ ਕਰਦਾ ਹੈ, ਉਹਦਾ ਇਹਨੂੰ ਪਛਤਾਵਾ ਵੀ ਹੁੰਦਾ ਹੈ, ਤੇ ਫਿਰ ਇਹ ਆਪਣੇ ਆਪ ਨੂੰ ਸਵਾਰਨ ਦਾ, ਸੁਧਾਰਨ ਦਾ ਯਤਨ ਵੀ ਕਰਦਾ ਹੈ। ਜੇ ਇਸ ਨੂੰ ਪਤਾ ਹੋਵੇ ਵੀ ਕਿਸੇ ਨੇ ਮੇਰੇ ਕੰਮ ਵਿੱਚ ਰੁਕਾਵਟ ਪਾਈ ਹੈ, ਦੂਸਰੇ ਦੀ ਗਲਤੀ ਦਾ ਇਹਨੂੰ ਦੁੱਖ ਜ਼ਿਆਦਾ ਮਹਿਸੂਸ ਹੁੰਦਾ ਹੈ। ਹੁਣ ਮੰਨ ਲਓ ਸਾਡੇ ਆਪਣੇ ਹੱਥ ਤੋਂ ਹੀ ਅਸੀਂ ਘਰੇ ਕੰਮ ਕਰਦੇ ਹਾਂ, ਕਈ ਵੱਜ ਜੇ ਪੈਰ ਤੇ, ਹੱਥ ਤੇ ਕਰਦ ਵੱਜ ਜੇ, ਜਾਂ ਆਪ ਹੀ ਕੰਮ ਕਰਦਿਆਂ ਕੋਈ ਸਰੀਰ ਦਾ ਅੰਗ ਟੁੱਟ ਜਾਏ, ਬੰਦਾ ਡਿੱਗ ਪੈਂਦਾ ਕਈ ਵਾਰ। ਫਿਰ ਜਦੋਂ ਕੋਈ ਪੁੱਛਦਾ ਤਾਂ ਇਹਨੂੰ ਬਹੁਤਾ ਦੁੱਖ ਨਹੀਂ ਲੱਗਦਾ। ਕਹਿਣ ਲੱਗਿਆ ਵੀ ਕਹਿੰਦਾ ਮੈਂ ਇਸ ਤਰ੍ਹਾਂ ਕੰਮ ਕਰ ਰਿਹਾ ਸੀ, ਇਹ ਗੱਲ ਹੋ ਗਈ। ਫਿਰ ਉਸ ਦਾ ਯਤਨ ਵੀ ਕਰਦਾ ਵੀ ਇਲਾਜ ਹੋਵੇ। ਤੇ ਜੇ ਕਿਤੇ ਭੁਲੇਖੇ ਨਾਲ ਕਿਸੇ ਦੂਜੇ ਤੋਂ ਸੱਟ ਵੱਜ ਜੇ, ਕੋਈ ਦੂਜਾ ਇਸ ਨੂੰ ਨੁਕਸਾਨ ਪਹੁੰਚਾ ਦੇ, ਤੇ ਉਹਦਾ ਦੋਸ਼ ਵੀ ਬਹੁਤ ਦਿੰਦਾ ਹੈ, ਲਾਂਭੇ ਵੀ ਦਿੰਦਾ ਹੈ, ਮਾੜਾ ਵੀ ਕਹਿੰਦਾ ਹੈ, ਤੇ ਦੁੱਖ ਵੀ ਬਹੁਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੇ ਤੂੰ ਇਹ ਜਾਣ ਲਏ ਕਿ ਜੋ ਵੀ ਕੀਤਾ ਹੈ ਤਾਂ ਤੇਰਾ ਹੀ ਕੀਤਾ ਹੋਇਆ, ਤੂੰ ਆਪ ਹੀ ਜੋ ਬੀਜਿਆ ਹੈ ਉਹੀ ਖਾ ਰਿਹਾ ਹੈ। ਕਿਸੇ ਨੂੰ ਦੋਸ਼ ਦੇਣਾ ਨਹੀਂ ਬਣਦਾ। ਜੇ ਕਿਸੇ ਨੂੰ ਦੋਸ਼ ਦੇਏਗਾ ਤੇ ਇਹਦੇ ਵਿੱਚ ਤੂੰ ਆਪ ਹੀ ਦੁਖੀ ਹੋਣਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹੁਣ ਜਿਹੜੇ ਉਹ ਕਰਮ ਕੀਤੇ ਜਿਨ੍ਹਾਂ ਕਰਕੇ ਪ੍ਰਮਾਤਮਾ ਭੁੱਲ ਗਿਆ, ਰੇ ਮਨ ਬਿਨ ਹਰ ਚਹਿ ਰਚਹੁ ਤਿਹ ਤਿਹ ਬੰਧਨ ਪਾਹੀ। हे ਮੇਰੇ ਮਨਾ, ਪਰਮਾਤਮਾ ਤੋਂ ਬਿਨਾ ਜੋ ਵੀ ਤੂੰ ਕਰਮ ਕਰਦਾ ਹੈ ਨਾ, ਇਹ ਬੰਧਨ ਪੈ ਰਹੇ ਤੈਨੂੰ। ਰੇ ਮਨ ਬਿਨ ਹਰ ਜਿਹ ਰਚਹੁ ਤਿਹ ਤਿਹ ਬੰਧਨ ਪਾਹੀ। ਜਿਹ ਬਿਦ ਕਤਹੁ ਨਾ ਛੂਟੀਐ ਸਾਕਤ ਤਿਉ ਕਮਾਹੀ। ਕਹਿੰਦੇ ਸਾਕਤ ਬੰਦਾ ਉਹੀ ਕੰਮ ਕਰਦਾ ਜਿਸ ਤਰੀਕੇ ਨਾਲ ਕਦੇ ਉਹ ਛੁੱਟ ਨਾ ਸਕੇ। ਪਰਮਾਤਮਾ ਤੋਂ ਭੁੱਲ ਕੇ ਬੇਮੁਖ ਹੋ ਕਰਕੇ ਜੀਵ ਕਰਮ ਕਰਦਾ। ਫਿਰ ਮਾਇਆ ਦੇ ਨਾਲ ਪ੍ਰੇਮ ਲਾਉਂਦਾ ਹੈ। ਮੋਹ ਮਾਇਆ ਵਿੱਚ ਰਹਿ ਕਰਕੇ ਜੀਵ ਕਰਮ ਕਰਦਾ ਹੈ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ। ਜਿਹਨੇ ਪਰਮਾਤਮਾ ਨੂੰ ਭੁਲਾ ਦਿੱਤਾ, ਉਹਦਾ ਸੰਸਾਰ ਵਿੱਚ ਆਉਣਾ ਵਿਅਰਥ ਹੈ। ਕਿਵੇਂ? ਜਿਵੇਂ ਕੋਈ ਪਸ਼ੂ ਹੁੰਦਾ ਨਾ ਭਾਰ ਢੋਣ ਵਾਲਾ, ਅਸੀਂ ਦੇਖਦੇ ਹਾਂ ਕਈ ਪਸ਼ੂਆਂ ਨੂੰ, ਖੱਚਰਾਂ ਨੂੰ ਭਾਰ ਢੋਣ ਵਾਸਤੇ ਵਰਤਿਆ ਜਾਂਦਾ ਹੈ। ਅੱਜ ਕੱਲ੍ਹ ਚੱਲ ਇਹ ਸਮਾਂ ਘਟ ਗਿਆ। ਵੈਸੇ ਹੁਣ ਵੀ ਦੇਖੋ ਸ਼ਹਿਰਾਂ ਵਿੱਚ ਕਈ ਲੋਕ ਖੱਚਰਾਂ ਤੇ ਗਧਿਆਂ ਤੇ
ਉਹ ਭਾਰ ਢੋਂਦੇ ਹਨ। ਮਹਾਰਾਜ ਕਹਿੰਦੇ ਪਰਮਾਤਮਾ ਨੂੰ ਜਿਹਨੇ ਯਾਦ ਨਹੀਂ ਕੀਤਾ, ਜਿਹਨੇ ਸੰਗਤ ਨਹੀਂ ਕੀਤੀ, ਨਾਮ ਨਹੀਂ ਜਪਿਆ, ਉਹਦਾ ਜੀਵਨ ਇਸ ਤਰ੍ਹਾਂ ਦਾ ਹੈ ਜਿਵੇਂ ਭਾਰ ਢੋਣ ਵਾਲਾ ਪਸ਼ੂ ਹੁੰਦਾ। ਕਿਉਂ? ਹੁਣ ਕਿੰਨਾ ਭਾਰ ਢੋਈ ਜਾਂਦਾ, ਕਿੰਨੀਆਂ ਕੀਮਤੀ ਚੀਜ਼ਾਂ ਢੋਈ ਜਾਂਦਾ, ਪਰ ਉਹਨੂੰ ਮਿਲਦਾ ਕੀ ਹੈ? 2 ਪੱਠੇ ਮਿਲ ਜਾਂਦੇ, ਸਵੇਰੇ ਸ਼ਾਮ ਚਾਰਾ ਹੀ ਮਿਲਦਾ, ਇੰਨਾ ਹੀ ਬਹੁਤ ਹੈ ਨਾ, ਕਿ ਉਹਨੂੰ ਥੋੜੇ ਜਿਹੇ ਸਵੇਰੇ ਪੱਠੇ ਮਿਲ ਜਾਂਦੇ, ਸ਼ਾਮ ਨੂੰ ਮਿਲ ਜਾਂਦੇ। ਕਈ ਵਾਰ ਉਹਨੂੰ ਭੁੱਖਿਆਂ ਹੀ ਭਾਰ ਢੋਣਾ ਪੈਂਦਾ, ਪਾਣੀ ਵੀ ਨਹੀਂ ਪਿਆਉਂਦੇ। ਮਹਾਰਾਜ ਕਹਿੰਦੇ ਇਹ ਆਪਣੀ ਇਸਤਰੀ ਦਾ, ਆਪਣੇ ਬੱਚਿਆਂ ਦਾ, ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਢੋਈ ਜਾਂਦਾ ਹੈ। ਬਸ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਢੋਈ ਜਾਂਦਾ ਹੈ। ਬਸ ਵੀ ਮੈਂ ਉਹ ਕਰ ਲਿਆ, ਸਵੇਰ ਤੋਂ ਲੱਗਦਾ ਜਿਉਂ ਭਾਰ ਢੋਣ, ਸ਼ਾਮ ਤੱਕ ਆਪਣੀਆਂ ਜ਼ਿੰਮੇਵਾਰੀਆਂ ਹੀ ਬਸ ਕੇਵਲ ਨਿਭਾਈ ਜਾਂਦਾ ਹੈ, ਤੇ ਪੱਲੇ ਕੁਝ ਨਹੀਂ ਪੈਂਦਾ। ਸਾਰੀ ਉਮਰ ਲੰਘਾ ਦਿੱਤੀ ਪਰਿਵਾਰ ਨੂੰ ਚਲਾਉਂਦਿਆਂ, ਘਰ-ਬਾਰ ਨੂੰ ਸੰਭਾਲਦਿਆਂ, ਪਰ ਨਾਮ ਨਹੀਂ ਜਪਿਆ। ਤਾਂ ਬਾਣੀ ਸਾਨੂੰ ਕੀ ਕਹਿੰਦੀ ਹੈ? ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ। ਸ੍ਰਿਸ਼ਟੀ ਵਿੱਚ ਆਏ, ਪਰ ਜੇ ਵਾਹਿਗੁਰੂ ਨੂੰ ਨਹੀਂ ਜਾਣਿਆ, ਕਮਾਈ ਨਹੀਂ ਕੀਤੀ, ਸਾਧ ਸੰਗਤ ਨਹੀਂ ਕੀਤੀ, ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਆਪਣੇ ਜੀਵਨ ਦਾ ਮਨੋਰਥ ਨਹੀਂ ਜਾਣਿਆ, ਤੇ ਇਹਦੀ ਇਹ ਹਾਲਤ ਹੈ ਜਿਵੇਂ ਪਸ਼ੂ ਹੁੰਦਾ ਹੈ, ਪਰਮੇਸ਼ਰ ਤੇ ਭੁੱਲਿਆ। ਪਰਮੇਸ਼ਰ ਤੋਂ ਭੁੱਲਣ ਕਰਕੇ ਵਿਆਪਨ ਸਭੇ ਰੋਗ, ਸਾਰੇ ਰੋਗ ਵਿਆਪਦੇ ਨੇ। ਪਹਿਲਾਂ ਅੰਦਰ ਹਉਮੈ ਪੈਦਾ ਹੁੰਦੀ ਹੈ। 2 ਚੀਜ਼ਾਂ ਨੇ, ਇੱਕ ਹੈ ਨਾਮ, ਜਿਹੜਾ ਸਾਨੂੰ ਪਰਮਾਤਮਾ ਨਾਲ ਜੋੜਦਾ ਹੈ। ਨਾਮ ਨੂੰ ਜਪ ਕਰਕੇ ਪਰਮਾਤਮਾ ਚੇਤੇ ਆਉਂਦਾ ਹੈ। ਦੂਜਾ ਹੈ ਹਉਮੈ, ਜਿਹੜੀ ਸਾਨੂੰ ਕਦੇ ਪਰਮਾਤਮਾ ਚੇਤੇ ਨਹੀਂ ਆਉਣ ਦਿੰਦੀ। ਸਾਧ ਸੰਗਤ, ਸਾਡੇ ਮਨ ਵਿੱਚ ਕਦੇ ਪਰਮਾਤਮਾ ਵਸਣ ਨਹੀਂ ਦਿੰਦੀ। 2 ਚੀਜ਼ਾਂ ਨੇ ਨਾ, ਇੱਕ ਮੈਂ ਹੈ, ਇੱਕ ਤੂੰ ਹੈ। ਜਾਂ ਤਾਂ ਮੈਂ ਹੋਵੇਗੀ, ਜਾਂ ਤੂੰ ਹੋਵੇਗਾ, ਤੂੰ ਹੈ ਪਰਮਾਤਮਾ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰਹਿ ਆਏ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨ ਵਸੈ ਇਕ ਥਾਈ। ਜਿਵੇਂ ਇੱਕ ਭਾਂਡੇ 'ਚ ਇੱਕ ਚੀਜ਼ ਰੱਖ ਸਕਦੇ ਆ ਨਾ, ਮਿਆਨ ਹੁੰਦੀ ਹੈ, ਉਹਦੇ 'ਚ ਇੱਕ ਹੀ ਕਿਰਪਾਨ ਪਾਈ ਜਾ ਸਕਦੀ ਹੈ, 2 ਨਹੀਂ ਪੈਂਦੀਆਂ। ਇਸ ਤਰ੍ਹਾਂ ਮਨ ਦੇ ਵਿੱਚ ਇੱਕ ਚੀਜ਼ ਰਹਿ ਸਕਦੀ ਹੈ, ਜਾਂ ਤਾਂ ਹਉਮੈ ਤੇ ਜਾਂ ਵਾਹਿਗੁਰੂ ਦਾ ਨਾਮ। ਜਿੱਥੇ ਹਉਮੈ ਹੈ, ਉੱਥੇ ਫਿਰ ਮੈਂ ਤੇ ਮੇਰੀ ਹੈ। ਮੈਂ ਮੇਰੀ ਤੋਂ ਅੱਗੇ ਵਿਕਾਰ ਪੈਦਾ ਹੋ ਜਾਂਦੇ ਨੇ। ਕਾਮ, ਕ੍ਰੋਧ, ਜਿਹਨੇ ਮੈਂ ਦੇ ਵਿੱਚ ਰੁਕਾਵਟ ਪਾ ਦਿੱਤੀ, ਜਿਹੜਾ ਮੇਰੀ ਹਉਮੈ ਨੂੰ ਠੇਸ ਪਹੁੰਚਾਵੇਗਾ, ਜਿਹੜਾ ਮੇਰੀ ਨਿੰਦਿਆ ਕਰੇਗਾ, ਜਿਹੜਾ ਮੇਰਾ ਨੁਕਸਾਨ ਕਰੇਗਾ, ਉਹ ਮੈਨੂੰ ਚੰਗਾ ਥੋੜ੍ਹੀ ਲੱਗੇਗਾ, ਕਿਉਂਕਿ ਅੰਦਰ ਹਉਮੈ ਹੈ, ਤੇ ਹਉਮੈ ਨੇ ਚੰਗਾ ਨਹੀਂ ਲੱਗਣ ਦੇਣਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਅੰਦਰ ਕ੍ਰੋਧ ਬੈਠਾ ਹੈ, ਫਿਰ ਕ੍ਰੋਧ ਵਿਰੋਧ ਕਰਦਾ ਉਹਦਾ। ਅੰਦਰ ਕਾਮ ਬੈਠਾ ਹੈ, ਅੰਦਰ ਮੋਹ ਬੈਠਾ ਹੈ, ਲੋਭ ਬੈਠਾ ਹੈ, ਹੰਕਾਰ ਬੈਠਾ ਹੈ। ਤੇ ਸਾਧ ਸੰਗਤ, ਸਾਰੇ ਵਿਕਾਰ ਹਉਮੈ ਤੋਂ ਪੈਦਾ ਹੁੰਦੇ। ਹਉਮੈ ਉੱਥੇ ਹੁੰਦੀ ਜਿੱਥੇ ਪਰਮਾਤਮਾ ਨਹੀਂ। ਦੇਖੋ ਸਾਧ ਸੰਗਤ, ਇੱਕ ਮੂਲਾ ਖੱਤਰੀ ਜਦੋਂ ਆਪਣੇ ਗੁਰੂ ਤੋਂ ਭੁੱਲ ਗਿਆ, ਆਪਣੀ ਇਸਤਰੀ ਦੇ ਪਿੱਛੇ ਲੱਗਿਆ, ਫਿਰ ਕਿੰਨੇ ਦੁੱਖ ਪ੍ਰਾਪਤ ਹੋਏ। ਜਨਮ ਵੀ ਗਵਾ ਲਿਆ, ਬੇਮੁਖ ਹੋ ਕਰਕੇ ਜਨਮਾਂ ਜਨਮਾਂ ਦਾ ਵਿਛੋੜਾ ਮਿਲ ਗਿਆ। ਇਸ ਲਈ ਮਹਾਰਾਜ ਬਚਨ ਕਰਦੇ ਨੇ, ਜਿਹੜਾ ਪਰਮਾਤਮਾ ਤੋਂ ਭੁੱਲ ਜਾਂਦਾ ਹੈ ਭਾਈ, ਵਿਆਪਨ ਸਭੇ ਰੋਗ, ਉਹਨੂੰ ਸਾਰੇ ਰੋਗ ਚੁੰਬੜ ਜਾਂਦੇ। ਹਉਮੈ ਦੀਰਘ ਰੋਗ ਹੈ,
ਪਹਿਲਾਂ ਹਉਮੈ ਦਾ ਰੋਗ ਆ ਕੇ ਚੁੰਬੜ ਜਾਂਦਾ ਹੈ, ਫਿਰ ਵਿਕਾਰਾਂ ਦਾ ਰੋਗ, ਫਿਰ ਈਰਖਾ ਪੈਦਾ ਹੋ ਜਾਂਦੀ, ਫਿਰ ਦੁਵੈਖ ਪੈਦਾ ਹੋ ਜਾਂਦੀ। ਵੇਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਜਿਹੜੇ RAM ਪ੍ਰਮਾਤਮਾ ਤੋਂ ਵੇਮੁਖ ਹੋ ਗਏ, ਜਿਨ੍ਹਾਂ ਨੇ ਵਾਹਿਗੁਰੂ ਤੋਂ ਵਿਛੋੜਾ ਪ੍ਰਾਪਤ ਕਰ ਲਿਆ, ਫਿਰ ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਛੋੜੇ ਲੱਗ ਜਾਂਦੇ, ਵਿਜੋਗ ਪੈ ਜਾਂਦੇ। ਜਿਹੋ ਜਿਹੀ ਅੰਦਰ ਵਾਸਨਾ ਹੁੰਦੀ ਹੈ, ਫਿਰ ਉਹੋ ਜਿਹਾ ਸਾਧ ਸੰਗ ਜਨਮ ਮਿਲਦਾ ਰਹਿੰਦਾ। ਪਰਮਾਤਮਾ ਤੋਂ ਬੇਮੁਖ ਹੋ ਕਰਕੇ ਜੇ ਆਪਣੇ ਘਰ ਦੇ ਨਾਲ ਪ੍ਰੇਮ ਲਾਇਆ, ਪ੍ਰੇਤ ਬਣਦਾ ਹੈ। ਜੇ ਇਸਤਰੀ ਨਾਲ ਪ੍ਰੇਮ ਲਾਇਆ, ਫਿਰ ਬੇਸਵਾ ਬਣਦਾ ਹੈ। ਜੇ ਆਪਣੇ ਪੁੱਤਰਾਂ ਨਾਲ ਪ੍ਰੇਮ ਲਾਇਆ, ਫਿਰ ਸੂਰ ਬਣਦਾ ਹੈ। ਜੇ ਮਾਇਆ ਨਾਲ ਪ੍ਰੇਮ ਲਾ ਲਿਆ ਤੇ ਸਪਣੀ ਬਣਦਾ ਹੈ। ਇਸ ਲਈ ਭਗਤ ਤ੍ਰਿਲੋਚਨ ਜੀ ਨੇ ਬਚਨ ਕੀਤਾ, ਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਹੈ ਮੇਰੇ ਪਰਮਾਤਮਾ, ਮੈਨੂੰ ਕਦੇ ਤੇਰਾ ਨਾਮ ਨਾ ਭੁੱਲੇ। ਕਿਉਂਕਿ ਜਿਹੜੇ ਤੇਥੋਂ ਭੁੱਲ ਜਾਂਦੇ ਨੇ ਨਾ, ਉਹ ਪਤਾ ਹੀ ਨਹੀਂ ਕਿੱਥੇ ਜਾ ਕੇ ਡਿੱਗਦੇ ਨੇ, ਪਤਾ ਹੀ ਨਹੀਂ। ਬੇਮੁਖ ਹੋਏ RAM ਤੇ, ਜਿਹੜੇ ਵਾਹਿਗੁਰੂ ਤੋਂ ਬੇਮੁਖ ਹੋ ਗਏ ਨੇ ਸਾਧ ਸੰਗਤ, ਉਹਨਾਂ ਦੇ ਤਾਂ ਹੀ ਫਿਰ ਜਨਮਾਂ ਜਨਮਾਂ ਦਾ ਵਿਛੋੜਾ ਲੱਗਦਾ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰਥੈ, ਕੋਈ ਪੁੱਛੋ ਵਿਵੇਕਿਆ ਜਾਏ। ਕੋਈ ਮਿਲਾਉਣ ਵਾਲਾ ਵੀ ਨਹੀਂ ਹੁੰਦਾ ਸਤਿਗੁਰਾਂ ਤੋਂ ਬਿਨਾਂ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਅਨੇਕਾਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ, ਉਹਨਾਂ ਸਮਾਂ ਮੁਕਤ ਨਹੀਂ ਜਿੰਨਾ ਸਮਾਂ ਸਤਿਗੁਰਾਂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਗੁਰੂ ਸਾਹਿਬ ਜੀ ਫਿਰ ਉਹਨੂੰ ਉਪਦੇਸ਼ ਦਿੰਦੇ ਨੇ, ਫਿਰ ਕਦੇ ਜਾ ਕਰਕੇ ਮੁਕਤ ਹੁੰਦਾ। ਉਹਨੂੰ ਸਮਾਂ ਮਿਲਦਾ ਵੀ ਉਹ ਸੰਗਤ 'ਚ ਆ ਕੇ ਬੈਠੇਗਾ, ਨਾਮ ਦਾ ਅਭਿਆਸ ਕਰੇਗਾ, ਸੇਵਾ ਸਿਮਰਨ ਵਿੱਚ ਜੁੜੇਗਾ। ਫਿਰ ਵੀ ਉਹਨੂੰ ਕਮਾਈ ਕਰਨੀ ਪੈਣੀ ਹੈ। ਇਹ ਨਹੀਂ ਵੀ ਜਿਹੜਾ ਗੁਰੂ ਤੋਂ ਬੇਮੁਖ ਹੋਇਆ ਨਾ, ਉਹਨੂੰ ਗੁਰੂ ਨਾਲ ਮਿਲਣ ਵਾਸਤੇ, ਪਰਮਾਤਮਾ ਨਾਲ ਮਿਲਣ ਵਾਸਤੇ ਪਤਾ ਹੀ ਨਹੀਂ ਕਿੰਨੀ ਕਮਾਈ ਕਰਨੀ ਪੈਣੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਜਿਹੜੇ ਬੇਮੁਖ ਹੋ ਕੇ, ਜਿਨ੍ਹਾਂ ਦਾ ਗੁਰੂ ਤੋਂ ਮੁਖ ਪਾਸੇ ਹੋ ਗਿਆ, ਪਰਮਾਤਮਾ ਤੋਂ, ਉਹਨਾਂ ਨੂੰ ਜਨਮਾਂ ਜਨਮਾਂ ਦਾ ਵਿਛੋੜਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਕੋਈ ਇੱਕ ਜਨਮ ਥੋੜੀ ਹੈ, 84 ਲੱਖ ਜੂਨਾਂ ਦੀ ਗੁਰੂ ਸਾਹਿਬਾਂ ਨੇ ਗੱਲ ਕੀਤੀ ਹੈ। ਤੇ ਅਸੀਂ ਆਪਣੇ ਅੱਖਾਂ ਨਾਲ ਕਿੰਨੇ ਜਨਮ ਦੇਖਦੇ ਹਾਂ। ਸੰਸਾਰ ਦੇ ਅੰਦਰ ਜੂਨਾਂ ਜਿਹੜੀਆਂ ਨੇ, ਉਹਨਾਂ ਜੀ ਪੈਦਾ ਹੁੰਦੇ, ਉਹਦਾ ਅਰਥ ਇਹੀ ਹੈ ਨਾ ਵੀ ਜਨਮ ਲੈਣਾ। ਇਸ ਤਰ੍ਹਾਂ ਮਹਾਰਾਜ ਬਚਨ ਕਰਦੇ ਨੇ, ਉਹਨਾਂ ਨੂੰ ਜਨਮਾਂ ਜਨਮਾਂ ਦਾ ਵਿਛੋੜਾ ਲੱਗ ਜਾਂਦਾ ਹੈ। ਭਾਈ ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿੰਨੇ ਮਾਇਆ ਦੇ ਭੋਗ ਨੇ, ਮਾਇਆ ਦੇ ਸੁੱਖ ਨੇ, ਉਹ ਖਿਨ ਸਮੇਂ 'ਚ ਕੌੜੇ ਹੋ ਗਏ। ਖਿਨ ਸਮਾਂ ਮਤਲਬ ਥੋੜ੍ਹੇ ਜਿਹੇ ਸਮੇਂ 'ਚ। ਪਹਿਲਾਂ ਮਾਇਆ ਮਿੱਠੀ ਲੱਗਦੀ ਸੀ, ਮਨ ਨੂੰ ਚੰਗੀ ਲੱਗਦੀ ਸੀ। ਮਾਇਆ ਕੀ ਹੈ? ਪਰਮਾਤਮਾ ਤੋਂ ਭੁੱਲਣਾ। ਇਹ ਮਾਇਆ ਜਿਤ ਹਰ ਵਿਸਰੈ। ਕਹਿੰਦਾ ਵੀ ਗਾਣੇ ਗੁਣੇ ਲਾਓ, ਨੱਚੀਏ ਟੱਪੀਏ, ਸ਼ਰਾਬਾਂ ਪੀਏ, ਜੂਏ ਖੇਡੀਏ। ਪਹਿਲਾਂ ਇਹੋ ਜਿਹਾ ਕੋਈ ਚੰਗਾ ਲੱਗਦਾ ਸੀ। ਬਦ ਫੈਲੀਆਂ ਕਰਨੀਆਂ, ਪੁੱਠੇ ਸਿੱਧੇ ਕੰਮ ਕਰਨੇ ਚੰਗੇ ਲੱਗਦੇ ਸੀ। ਆਪਣੇ ਮਿੱਤਰਾਂ ਨਾਲ, ਜਿਵੇਂ ਉਹ ਭਾਈ ਪ੍ਰੇਮਾ ਸੀ ਨਾ, ਪਿਤਾ ਦੇ ਕੋਲ ਬਹੁਤ ਧਨ ਸੀ, ਸ਼ਾਹੂਕਾਰ ਸੀ। ਪਿਤਾ ਦਾ ਧਨ ਐਸ਼ ਆਰਾਮ ਕਰਦਿਆਂ, ਐਸ਼ੀਆਂ ਐਸ਼ਾਈਆਂ, ਇਹੋ ਜਿਹੇ ਕੰਮ ਕਰਦਿਆਂ ਖਰਾਬ ਕਰ ਦਿੱਤਾ। ਸਰੀਰ ਨੂੰ ਰੋਗ ਲੱਗ ਗਿਆ। ਰੋਗ ਲੱਗਿਆ, ਘਰਦਿਆਂ ਨੇ ਕੋਹੜੀ ਜਾਣ ਕੇ
ਪਿੰਡ ਤੋਂ ਬਾਹਰ ਇੱਕ ਛੋਟੀ ਜਿਹੀ ਝੁੱਗੀ ਪਾ ਦਿੱਤੀ। ਹੁਣ ਕੋੜੀ ਬੰਦਾ ਹੈ, ਉਹਦੇ ਵਿੱਚੋਂ ਪਾਕ ਬਹਿੰਦੀ ਹੈ, ਲਹੂ ਬਹਿੰਦਾ ਹੈ, ਮੁਸ਼ਕ ਮਾਰਦਾ, ਵੀ ਛੇਤੀ ਕੋਈ ਨੇੜੇ ਨਹੀਂ ਆਉਂਦਾ। ਅਗਲਾ ਕਹਿੰਦਾ ਸੂਤ ਦੀ ਬਿਮਾਰੀ ਹੈ, ਜੇ ਥੋੜਾ ਜਿਹਾ ਖੂਨ ਸਰੀਰ ਨੂੰ ਲੱਗ ਗਿਆ ਦੂਜੇ ਨੂੰ ਵੀ ਲੱਗ ਜਾਂਦੀ ਹੈ। ਇਹ ਬਿਮਾਰੀ ਇਹੋ ਜਿਹੀ ਹੁੰਦੀ ਹੈ ਵੀ ਜੇ ਥੋੜਾ ਜਿਹਾ ਸਰੀਰ ਨੂੰ ਖੂਨ ਲੱਗ ਜੇ ਨਾ ਦੂਜੇ ਨੂੰ ਵੀ ਲੱਗ ਜਾਂਦੀ ਹੈ, ਇੰਨੀ ਤੇਜ਼ੀ ਨਾਲ ਫੈਲਦੀ ਹੈ। ਤੇ ਲੋਕ ਹੁਣ ਪਾਸਾ ਵੱਟਦੇ ਨੇ, ਦੂਰੀ ਰੱਖਦੇ ਨੇ। ਜੇ ਕੋਈ ਆਉਂਦਾ ਵੀ ਹੈ ਉਹ ਵੀ ਵਿਚਾਰਾ ਮੂੰਹ ਹੱਥ ਲਪੇਟ ਕੇ ਕਿਤੇ ਭੁਲੇਖੇ ਨਾਲ ਵੀ ਛੂਹ ਨਾ ਜਾਵਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਆਏ। ਇਹਨਾਂ ਨਗਰ ਵਾਲਿਆਂ ਨੇ, ਦੀਪਾਲਪੁਰ ਨਗਰ ਸੀ ਇਹ, ਪਾਕਿਸਤਾਨ 'ਚ ਹੈ ਦੀਪਾਲਪੁਰ ਨਗਰ ਹੁਣ ਵੀ। ਇਹਨਾਂ ਨੇ ਗੁਰੂ ਮਹਾਰਾਜ ਦਾ ਸਤਿਕਾਰ ਨਹੀਂ ਕੀਤਾ, ਗੁਰੂ ਸਾਹਿਬਾਂ ਨੂੰ ਬੈਠਣ ਨਹੀਂ ਦਿੱਤਾ। ਨਗਰ ਤੋਂ ਬਾਹਰ ਚਲੇ ਗਏ ਸੀ ਜਿੱਥੇ ਇਸ ਕੋੜੀ ਦੀ ਛੰਨ ਬਣੀ ਸੀ, ਝੁੱਗੀ ਬਣੀ ਸੀ। ਇਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਮਨ ਵਿੱਚ ਠੰਡ ਪਈ, ਥੋੜਾ ਜਿਹਾ ਆਸਰਾ ਮਿਲਿਆ ਵੀ। ਫਿਰ ਗੁਰੂ ਸਾਹਿਬਾਂ ਨੇ ਇਹਨੂੰ ਆਪਣੇ ਕੋਲ ਬੁਲਾਇਆ। ਇਹਨੇ ਸਤਿਗੁਰਾਂ ਨੂੰ ਰੋ ਰੋ ਕੇ ਸਭ ਕੁਝ ਦੱਸਿਆ ਵੀ ਮੈਂ ਇੰਨਾ ਪੈਸੇ ਵਾਲਾ ਆਦਮੀ ਸੀ, ਮੈਂ ਬਹੁਤ ਮਾੜੇ ਕੰਮ ਕੀਤੇ, ਮੇਰੇ ਸਰੀਰ ਨੂੰ ਰੋਗ ਹੀ ਐਸਾ ਲੱਗ ਗਿਆ ਵੀ ਇਹਦਾ ਇਲਾਜ ਕੋਈ ਨਹੀਂ। ਘਰਦਿਆਂ ਨੇ ਡਰਦਿਆਂ ਨੇ ਬਾਹਰ ਪਿੰਡ ਤੋਂ ਇਹ ਝੁੱਗੀ ਪਾ ਦਿੱਤੀ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਜੇ ਬਾਣੀ ਵਿਸਰੀ ਸੀ ਤਾਂ ਹੀ ਰੋਗੀ ਹੋ ਗਿਆ। ਹੁਣ ਬਾਣੀ ਕਿਹੜੀ ਸੀ? ਸਾਨੂੰ ਗੁਰਬਾਣੀ ਕਹਿੰਦੀ ਹੈ ਨਾ ਵੀ ਮਾਤਾ ਦੇ ਗਰਭ ਵਿੱਚ ਤੂੰ ਪਰਮਾਤਮਾ ਦੇ ਨਾਲ ਕਰਾਰ ਕੀਤੇ ਹੋਏ ਨੇ। ਜਦੋਂ ਮਾਂ ਦੇ ਗਰਭ ਵਿੱਚ ਬੱਚਾ ਪੁੱਠਾ ਲਮਕਦਾ ਹੈ ਨਾ, ਬੱਚੇ ਤਾਂ ਸਾਰੇ ਹੀ ਸੀਗੇ, ਜਨਮ ਤਾਂ ਸਾਰਿਆਂ ਦਾ ਹੀ ਹੋਇਆ ਨਾ। ਤੇ ਉਸ ਮਾਂ ਦੇ ਗਰਭ ਵਿੱਚ ਤੂੰ ਪੁੱਠਾ ਲਟਕਦਾ ਸੀ, ਉੱਥੇ ਅਰਦਾਸਾਂ ਕਰਦਾ ਸੀ ਕਿ ਹੇ ਪਰਮਾਤਮਾ ਮੈਨੂੰ ਇੱਕ ਵਾਰ ਸੰਸਾਰ ਅੰਦਰ ਭੇਜ, ਮੈਂ ਤੇਰੀ ਬੰਦਗੀ ਕਰਾਂਗਾ, ਮੈਂ ਸੰਗਤ ਕਰਾਂਗਾ, ਮੈਂ ਹੱਕ ਸੱਚ ਦੀ ਕਿਰਤ ਕਰਕੇ ਦਸਵੰਧ ਕੱਢਿਆ ਕਰੂੰਗਾ। ਹੁਣ ਕੌਣ ਕੱਢਦਾ ਦਸਵੰਧ? ਆਪਣੀ ਕਿਰਤ ਵਿੱਚੋਂ 10ਵਾਂ ਹਿੱਸਾ ਕੋਈ ਕੱਢਦਾ ਹੈ? ਕੌਣ 2.5 ਘੰਟੇ ਨਾਮ ਜਪਦਾ ਹੈ ਕੋਈ ਭਾਈ? ਤਾਂ ਮਹਾਰਾਜ ਨੇ ਬਚਨ ਕੀਤਾ ਵੀ ਇਹ ਪਰਮਾਤਮਾ ਤੋਂ ਭੁੱਲਣ ਕਰਕੇ ਸਾਰੇ ਰੋਗ ਵਿਆਪੇ ਹੋਏ। ਬੰਦਾ ਹਉਮੈ ਵਿੱਚ ਲੱਗ ਜਾਂਦਾ ਹੈ, ਮੈਂ ਮੇਰੀ ਚ, ਕਹਿੰਦਾ ਹਜੇ ਕਿੱਥੇ ਲੋੜ ਹੈ, ਆਪਣੇ ਕੋਲ ਤਾਂ ਬਹੁਤ ਸਮਾਂ ਜੀ, ਤੰਦਰੁਸਤਾਂ, ਆਪਣੀਆਂ ਬਾਹਾਂ 'ਚ ਬੜੀ ਜਾਨ ਹੈ, ਤੇ ਆਪਾਂ ਬੁੱਢੇ ਹੋ ਕੇ ਨਾਮ ਜਪਾਂਗੇ, ਸੰਗਤ ਵੀ ਕਰ ਲਾਂਗੇ। ਤੇ ਜੇ ਕੋਈ ਜਵਾਨ ਗੁਰੂ ਘਰੇ ਜਾਂਦਾ, ਸੇਵਾ ਕਰਦਾ, ਨਾਮ ਜਪਦਾ, ਉਹਨੂੰ ਦੇਖ ਕੇ ਉਹਨੇ ਜਰਦੇ ਲੋਕ ਕਹਿੰਦੇ ਵੀ ਤੂੰ ਹਜੇ ਹੁਣੇ ਹੀ ਲੱਗ ਗਿਆ, ਤੈਨੂੰ ਹਜੇ ਕੀ ਲੋੜ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਹਨੂੰ ਪਰਮਾਤਮਾ ਦੀ ਬਾਣੀ ਵਿਸਰ ਜਾਂਦੀ ਹੈ ਉਹ ਪੱਕਾ ਰੋਗੀ ਬਣ ਜਾਂਦਾ ਹੈ। ਪੱਕਾ ਰੋਗੀ ਕਹਿੰਦੇ ਜਿਹੜਾ ਰੋਗ ਕਦੇ ਮਿਟੇ ਨਾ। ਹੁਣ ਐਸੇ ਰੋਗ ਵੀ ਹਨ ਨਾ ਜਿਨ੍ਹਾਂ ਦੀ ਦਵਾਈ ਨਹੀਂ ਬਣੀ, ਪਰ ਦੇਖੋ ਸਾਧ ਸੰਗਤ ਅਸੀਂ ਬਾਣੀ ਨਾਲ ਜੁੜ ਜਾਈਏ ਤੇ ਬਾਣੀ ਸਾਡੇ ਅੰਦਰੋਂ ਸਾਰੇ ਰੋਗ ਖਤਮ ਕਰ ਦਿੰਦੀ ਹੈ। ਜਿਵੇਂ ਭਾਈ ਰਾਮ ਦਿੱਤਾ ਜੀ ਹੋਏ ਨੇ, ਇੱਕ ਕੋੜੀ ਨੇ ਬੇਨਤੀ ਕੀਤੀ, ਮਹਾਰਾਜ ਇੱਕ ਵਾਰ ਅਰਦਾਸ ਕਰ ਦੋ ਸਰੀਰ ਹੀ ਛੁੱਟ ਜੇ, ਇੰਨਾ ਦੁਖੀ ਹੋ ਗਿਆ। ਕਹਿੰਦਾ ਤੁਸੀਂ ਮਹਾਂਪੁਰਖ ਹੋ, ਮੇਰੇ ਵਾਸਤੇ ਅਰਦਾਸ ਕਰ ਦੋ, ਮੇਰਾ ਆਹ ਸਰੀਰ ਛੁੱਟ ਜੇ, ਖਹਿੜਾ ਛੁੱਟ ਜੇ, ਹੁਣ ਬਹੁਤ ਦੁਖੀ ਆ, ਬਹੁਤ ਰੋਣਾ, ਚੀਕਾਂ ਮਾਰਦਾ। ਉਹ ਕਹਿੰਦੇ ਤੂੰ ਇੰਨੀ ਚਿੰਤਾ ਕਿਉਂ ਕਰਦਾ, ਬਸ ਤੂੰ ਇੱਕ ਕੰਮ ਕਰਿਆ ਕਰ, ਤੈਨੂੰ ਮੈਂ ਕਥਾ ਸੁਣਾਇਆ ਕਰੂ, ਤੂੰ ਸੁਣਿਆ ਕਰ। 40 ਦਿਨ ਕਥਾ ਸੁਣਾਈ ਸਾਧ ਸੰਗਤ ਗੁਰਬਾਣੀ ਦੀ, 52 ਅੱਖਰੀ ਗੁਰਬਾਣੀ ਹੈ ਨਾ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕੀਤੀ। 40 ਦਿਨ ਕਥਾ ਸੁਣਾਈ, ਪੂਰਾ ਤੰਦਰੁਸਤ ਕਰ ਦਿੱਤਾ, ਠੀਕ ਹੋ ਗਿਆ। ਬਾਣੀ 'ਚ
ਇੱਕ ਐਸੀ ਦਾਰੂ ਗੁਰੂ ਸਾਹਿਬਾਂ ਨੇ ਸਾਨੂੰ ਦਿੱਤੀ ਹੈ। ਪਰ ਜਦੋਂ ਅਸੀਂ ਭਰੋਸੇ ਨਾਲ ਬਾਣੀ ਸੁਣਾਂਗੇ, ਭੈ ਰੱਖ ਕੇ ਵੀ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ, ਕੋਈ ਬੰਦੇ ਦੀ ਬਾਣੀ ਥੋੜੀ ਹੈ, ਇਹ ਉਹਨਾਂ ਦੀ ਬਾਣੀ ਹੈ ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਕਿੰਨੇ ਕੌਤਕ ਕੀਤੇ। ਉਹਨਾਂ ਦੀ ਰਸਨਾ ਤੋਂ ਉਚਾਰਨ ਹੋਈ ਬਾਣੀ ਹੈ ਇਹ। ਹੁਣ ਅਸੀਂ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਸਰਵਣ ਕਰ ਰਹੇ ਨਾ, ਵਿਚਾਰ, ਇਹ ਸਾਡੀ ਆਪਣੀ ਕੋਈ ਥੋੜੀ ਜ਼ਬਾਨੀ ਹੈ, ਇਹ ਤਾਂ ਗੁਰੂ ਸਾਹਿਬਾਂ ਦੀ ਬਾਣੀ ਹੈ। ਅਮੋਲਕ ਬਚਨ ਨੇ, ਅਮਲੀਕ ਲਾਲ ਇਹ ਰਤਨ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਤੋਂ ਭੁੱਲ ਜਾਂਦਾ ਹੈ ਉਹਨੂੰ ਸਾਰੇ ਰੋਗ ਵਿਆਪਦੇ ਨੇ। ਵੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਬੰਦਾ ਸੁੱਖ ਲੈ ਕਰਕੇ ਜੀਵਨ ਬਤੀਤ ਕਰਦਾ ਹੈ, ਅੰਤ ਨੂੰ ਦੁਖੀ ਹੋ ਜਾਂਦਾ। ਮਿੱਠਾ ਕਰਕੇ ਖਾਇਆ ਪਿਆਰੇ, ਮਹਾਰਾਜ ਕਹਿੰਦੇ ਮਿੱਠਾ ਕਰਕੇ ਖਾਧਾ ਸੀ, ਤਿਸ ਤੇ ਉਪਜਿਆ ਰੋਗ। ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਫਿਰ ਪਹਿਲਾਂ ਮਿੱਠਾ ਕਰਕੇ ਖਾਧਾ ਸੀ, ਵਿਸ਼ੇ ਵਿਕਾਰ ਮਿੱਠੇ ਕਰਕੇ ਭੋਗੇ ਸੀ, ਮਾਇਆ ਮਿੱਠੀ ਲੱਗਦੀ ਸੀ, ਪੁੱਤਰ ਉਹਦਾ ਮੋਹ ਮਿੱਠਾ ਲੱਗਦਾ ਸੀ, ਕਹਿੰਦਾ ਕੋਈ ਨਾ ਬੱਚਾ ਗਲਤੀ ਕਰਦਾ ਹਜੇ ਵੱਡਾ ਹੋ ਕੇ ਸਿਆਣਾ ਹੋ ਕੇ ਸਿੱਖ ਲੂ, ਮਿੱਠਾ ਲੱਗਦਾ ਨਾ। ਕੋਈ ਬੱਚਾ ਨਿੱਕਾ ਜਿਹਾ ਉਹਨੂੰ ਝੜਕਣਾ ਵੀ ਚੰਗਾ ਨਹੀਂ ਲੱਗਦਾ, ਵੀ ਕਿੱਥੇ ਝੜਕਾਂਗੇ, ਬੱਚਾ ਹੈ ਜੀ, ਵੱਡਾ ਹੋ ਕੇ ਸਮਝ ਜੂ। ਜੇ ਉਹ ਵੱਡਾ ਹੋ ਜਾਂਦਾ ਫਿਰ ਉਹ ਫਿਰ ਮੂਹਰੇ ਬੋਲਦਾ, ਫਿਰ ਸੁਣਾਉਂਦਾ ਦੋ ਦੀਆਂ ਚਾਰ, ਫਿਰ ਉਹ ਕੌੜਾ ਹੋ ਜਾਂਦਾ। ਐਂ ਹੀ ਹੈ ਨਾ। ਤੇ ਜੇ ਮਿੱਠਾ ਜਿਹੜਾ ਮੋਹ ਮਿੱਠਾ ਲੱਗਦਾ ਸੀ, ਪਹਿਲਾਂ ਹੀ ਉਹਨੂੰ ਸਮਝਾ ਲੈਂਦੇ, ਵੀ ਥੋੜਾ ਜਿਹਾ ਕੁੱਟਮਾਰ ਵੀ ਲੈਂਦੇ, ਤੇ ਫਿਰ ਉਹਨੇ ਸਮਝ ਜਾਣਾ ਸੀ। ਹਰ ਚੀਜ਼ ਜਿਹੜੀ ਸਾਨੂੰ ਪਹਿਲਾਂ ਮਿੱਠੀ ਲੱਗਦੀ ਹੈ, ਮੋਹ ਮਿੱਠਾ ਲੱਗਦਾ ਹੈ, ਲੋਭ ਮਿੱਠਾ ਲੱਗਦਾ ਹੈ, ਕਾਮ ਵੀ ਮਿੱਠਾ ਲੱਗਦਾ ਹੈ, ਕ੍ਰੋਧ ਵੀ ਮਿੱਠਾ ਲੱਗਦਾ ਹੈ। ਪਹਿਲਾਂ ਗਾਲਾਂ ਕੱਢਦਾ ਮਿੱਠਾ, ਕਹਿੰਦਾ ਵੀ ਕੋਈ ਗੱਲ ਨਹੀਂ। ਜਦੋਂ ਫਿਰ ਕ੍ਰੋਧ ਵੱਧ ਜਾਂਦਾ ਹੈ, ਫਿਰ ਕ੍ਰੋਧ ਦੇ ਵਿੱਚ ਕਈ ਵਾਰ ਉਪਦਰਵ ਵੀ ਕਰ ਲੈਂਦਾ ਹੈ, ਫਿਰ ਸਾਧ ਸੰਗਤ ਪਤਾ ਲੱਗਦਾ ਹੈ। ਮਹਾਰਾਜ ਕਹਿੰਦੇ ਪਰਮਾਤਮਾ ਤੋਂ ਭੁੱਲਣ ਕਰਕੇ ਵਿਸ਼ੇ ਵਿਕਾਰ ਮਿੱਠੇ ਲੱਗਦੇ ਨੇ। ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਉਹਨੇ ਸਰੀਰ 'ਚ ਰੋਗ ਪੈਦਾ ਕਰ ਦਿੱਤਾ। ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਫਿਰ ਉਹਦਾ ਫਲ ਮਿਲਿਆ ਕੁੜੱਤਣ, ਤਿਸ ਤੇ ਉਪਜਿਆ ਸੋਗ, ਫਿਰ ਦੁਖੀ ਹੁੰਦਾ ਹੈ। ਲੋਕਾਂ ਨੂੰ ਦੱਸਦਾ ਵੀ ਮੈਂ ਬਹੁਤ ਦੁਖੀ ਹਾਂ, ਮੇਰੇ ਵਰਗਾ ਕੋਈ ਦੁਖੀ ਨਹੀਂ, ਰੱਬ ਨੇ ਸਾਰੇ ਦੁੱਖ ਮੇਰੇ ਘਰ ਭੇਜ ਦਿੱਤੇ, ਬੜੇ ਬੜੇ ਲਾਂਭੇ ਦਿੰਦਾ ਹੈ। ਪਰ ਆਪਣਾ ਬੀਜਿਆ ਹੋਇਆ ਸੀ, ਪਹਿਲਾਂ ਆਪ ਹੀ ਬੀਜਦਾ ਹੈ। ਜਿਵੇਂ ਧ੍ਰਿਤਰਾਸ਼ਟਰ ਨੇ ਆਪਣੇ ਪਿਛਲੇ ਜਨਮ ਵਿੱਚ ਘਾਹ ਦੇ ਅੱਕ ਦੇ ਜਿਹੜਾ ਟਿੱਡਾ ਹੁੰਦਾ ਨਾ, ਘਾਹ ਦਾ ਟਿੱਡਾ, ਉਹਦੀਆਂ ਅੱਖਾਂ ਕੱਢੀਆਂ ਸਨ। 100 ਬੱਚੇ ਹੰਸਾਂ ਦੇ ਮਾਰ ਕੇ ਖਾਧੇ ਸੀ ਸਾਧ ਸੰਗਤ, ਉਦੋਂ ਸਵਾਦ ਲੱਗਿਆ। ਪਰ ਜਦੋਂ ਇਹ ਜਨਮ ਹੋਇਆ, ਫਿਰ ਅੰਨਾ ਜਨਮਿਆ ਤੇ ਆਪਣੇ 100 ਪੁੱਤਰ ਅੱਖਾਂ ਦੇ ਸਾਹਮਣੇ ਮਰਵਾਏ। ਇਹ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਵੀ ਜਦੋਂ ਵੀ ਤੂੰ ਕਰਮ ਕਰਦਾ ਉਹਨੂੰ ਸਮਝ। ਇਹੀ ਗੱਲ ਆ ਨਾ, ਮਹਾਰਾਜ ਕਹਿੰਦੇ ਫਰੀਦਾ ਲੋੜੈ ਤਾਕ ਬਿਜੌਰੀਆਂ, ਕਿੱਕਰ ਬੀਜੈ ਜੱਟ। ਜੇ ਤੂੰ ਕਿੱਕਰਾਂ ਬੀਜੇਗਾ ਨਾ, ਬੀਜ ਤਾਂ ਚੰਗੇ ਲੱਗਣਗੇ, ਪਰ ਅੰਤ ਨੂੰ ਫਲ ਤੈਨੂੰ ਕੰਡਿਆਂ ਵਾਲਾ ਮਿਲਣਾ ਹੈ। ਪਹਿਲਾਂ ਹੀ ਸੋਚ ਕੇ ਵਿਚਾਰ ਕੇ, ਕਿਉਂਕਿ ਸਾਡੇ ਐਸੇ ਕਰਮ ਵੀ ਹੁੰਦੇ ਨੇ ਜਿਹੜੇ ਸਾਡੇ ਕੋਲੋਂ ਉਹ ਕੰਮ ਕਰਾ ਲੈਂਦੇ ਨੇ ਸਾਧ ਸੰਗਤ। ਪਿਛਲੇ ਜਨਮਾਂ ਦੇ ਐਸੇ ਸੰਸਕਾਰ ਹੁੰਦੇ ਨੇ, ਪਰ ਉਹ ਤਦੋਂ ਹੀ ਰੁਕ ਸਕਦੇ ਨੇ ਜੇ ਅਸੀਂ ਸੰਗਤ ਕਰਾਂਗੇ, ਬਾਣੀ ਪੜਾਂਗੇ ਨਾ, ਸਾਡੀ ਆਤਮਾ 'ਚ ਬਲ ਹੋਵੇਗਾ। ਸਾਡੀ ਆਤਮਾ ਜਿਹੜੀ ਹੈ ਨਾ ਅੰਦਰੋਂ ਤਾਂ ਕਮਜ਼ੋਰ ਬੈਠੀ ਵਿਚਾਰੀ, ਉਹਨੂੰ ਖੁਰਾਕ ਤਾਂ ਮਿਲਦੀ ਨਹੀਂ। ਹੁਣ ਸਰੀਰ ਹੈ, ਇਹਨੂੰ ਖੁਰਾਕ ਨਾ ਦਿਓ, ਕਮਜ਼ੋਰ ਆ ਜਾਏਗਾ। ਜਿਹੜਾ ਸਾਡਾ ਸਰੀਰ ਹੈ, ਅਸੀਂ
ਸਵੇਰੇ ਟਾਈਮ ਸਿਰ ਭੋਜਨ ਨਾ ਖਾਈਏ, ਕਮਜ਼ੋਰ ਹੋ ਜਾਂਦਾ ਨਾ, ਬਿਮਾਰੀ ਲੱਗ ਜਾਂਦੀ ਹੈ, ਕੋਈ ਵੀ ਕੰਮ ਨਹੀਂ ਹੁੰਦਾ। ਫਿਰ ਐਂ ਹੀ ਸਾਡੀ ਆਤਮਾ ਹੈ, ਜਦੋਂ ਅਸੀਂ ਆਪਣੀ ਆਤਮਾ ਨੂੰ ਖੁਰਾਕ ਨਹੀਂ ਦਿੱਤੀ, ਉਹ ਕਮਜ਼ੋਰ ਹੋਈ ਪਈ ਹੈ, ਉਹਦੇ 'ਚ ਰੋਗ ਪੈਦਾ ਹੋ ਗਏ ਨੇ। ਜੇ ਉਹਨੂੰ ਖੁਰਾਕ ਮਿਲੇਗੀ ਨਾਮ ਦੀ, ਸੰਗਤ ਦੀ, ਸੇਵਾ ਦੀ, ਉਹਦੇ ਅੰਦਰ ਸ਼ੁਭ ਗੁਣ ਪੈਦਾ ਹੋਣਗੇ, ਉਹ ਤੰਦਰੁਸਤ ਹੋਵੇਗੀ। ਜਦੋਂ ਅੰਦਰੋਂ ਸ਼ੁਭ ਗੁਣ, ਜਦੋਂ ਅੰਦਰੋਂ ਤੇਰੀ ਦਇਆ ਪੈਦਾ ਹੋਗੀ, ਤੇਰੇ ਅੰਦਰ ਪ੍ਰੇਮ, ਤੇਰੇ ਅੰਦਰ ਨਿਮਰਤਾ ਪੈਦਾ ਹੋਗੀ, ਤੈਨੂੰ ਸੱਚ ਚੰਗਾ ਲੱਗਣ ਲੱਗ ਗਿਆ, ਤੇਰੀ ਆਤਮਾ ਤੰਦਰੁਸਤ ਹੋਣੀ ਸ਼ੁਰੂ ਹੋ ਜਾਣੀ। ਫਿਰ ਅੰਦਰੋਂ ਰੋਗ ਖਤਮ ਹੋ ਜਾਣੇ, ਤੇਰੀ ਆਤਮਾ 'ਚ ਬਲ ਭਰ ਗਿਆ, ਤੇ ਜਿਹੜੇ ਪਿਛਲੇ ਜਨਮਾਂ ਦੇ ਕਰਮ ਫਿਰ ਤੈਨੂੰ ਫਲ ਛੇਤੀ ਨਹੀਂ ਦੇ ਸਕਦੇ। ਜੇ ਫਲ ਦੇਣਗੇ ਵੀ ਤਾਂ ਗੁਰੂ ਨੇ ਤੇਰੇ ਅੰਦਰੋਂ ਹੀ ਤੈਨੂੰ ਭਾਣਾ ਮੰਨਣ ਦੀ ਜਾਂਚ ਸਿਖਾ ਦੇਣੀ ਹੈ। ਸਤਿਗੁਰੂ ਮਹਾਰਾਜ ਬਚਨ ਕਰਦੇ ਹਨ, ਖੈਨ ਮਹਿ ਕੌੜੇ ਹੋਏ ਗਿਚੜੇ ਮਾਇਆ ਭੋਗ। ਜਿਹੜਾ ਜੀਵ ਪਰਮਾਤਮਾ ਨੂੰ ਭੁਲਾ ਦਿੰਦਾ, ਹੋਰ ਕਰਮ ਕਰਦਾ, ਉਹ ਕੀਤੇ ਹੋਏ ਕਰਮ ਫਿਰ ਉਹਨੂੰ ਕੌੜੇ ਹੋ ਜਾਂਦੇ ਨੇ ਖਿਣ ਸਮੇਂ 'ਚ, ਜਿੰਨੇ ਉਹਨੇ ਮਾਇਆ ਦੇ ਭੋਗ ਚੰਗੇ ਸਮਝੇ ਸਨ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਫਿਰ ਜਦੋਂ ਜੀਵ ਸਾਧ ਸੰਗ ਪਰਲੋਕ ਜਾਂਦਾ ਹੈ ਨਾ, ਉਹਦੇ ਕਰਮਾਂ ਦਾ ਹਿਸਾਬ ਹੁੰਦਾ, ਫਿਰ ਉੱਥੇ ਕੋਈ ਵਿਚੋਲਗੀ ਨਹੀਂ ਕਰਦਾ। ਵਿਚੋਲਗੀ ਕਿਹਨੇ ਕਰਨੀ ਸੀ? ਗੁਰੂ ਸਾਹਿਬਾਂ ਨੇ। ਵਿਚੋਲਾ ਤਾਂ ਗੁਰੂ ਸਾਹਿਬਾਂ ਨੇ ਬਣਨਾ ਸੀ ਨਾ। ਮਹਾਰਾਜ ਕਹਿੰਦੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਦਰਗਾਹ ਵਿੱਚ ਵੀ ਵਿਚੋਲਗੀ ਕਰਦਾ ਗੁਰੂ, ਪਰ ਜਿਹੜਾ ਗੁਰੂ ਕੋਲ ਆਇਆ ਹੀ ਨਹੀਂ, ਜਿਹਨੇ ਗੁਰੂ ਨਾਲ ਪ੍ਰੇਮ ਨਹੀਂ ਬਣਾਇਆ, ਗੁਰੂ ਦੀ ਮੱਤ ਧਾਰਨ ਨਹੀਂ ਕੀਤੀ, ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕੀਤੀ, ਕਦੇ ਗੁਰੂ ਕੋਲ ਬੈਠ ਕੇ ਗੁਰੂ ਦੀਆਂ ਦੋ ਗੱਲਾਂ ਸੁਣੀਆਂ ਹੀ ਨਹੀਂ, ਤੇ ਫਿਰ ਉਹਦੀ ਗੁਰੂ ਕਿਵੇਂ ਹਾਮੀ ਭਰੇਗਾ, ਕਿਵੇਂ ਉਹਦੀ ਵਿਚੋਲਗੀ ਕਰੇਗਾ। ਮਹਾਰਾਜ ਭਜਨ ਕੀਤੇ ਨਾ, ਧਰਮ ਰਾਏ ਦਰ ਕਾਗਤ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰੂ ਨਾਨਕ ਪਾਤਸ਼ਾਹ ਨੇ ਲੇਖਾ ਦਾ ਤਾਂ ਹੀ ਸਮਝਣਾ ਹੈ ਵੀ ਇਹ ਮੇਰਾ ਸਿੱਖ ਹੈ, ਜੇ ਅਸੀਂ ਗੁਰੂ ਦੇ ਸਿੱਖ ਵਾਲੀ ਕਾਰ ਕੀਤੀ ਹੋਵੇਗੀ, ਭਗਤੀ ਕੀਤੀ ਹੋਵੇਗੀ, ਕਮਾਈ ਕੀਤੀ ਹੋਵੇਗੀ। ਵਿੱਚ ਨਾ ਕੋਈ ਕਰ ਸਕੈ, ਉੱਥੇ ਫਿਰ ਕੋਈ ਵਿਚੋਲਗੀ ਨਹੀਂ ਕਰਦਾ ਭਾਈ। ਕਿਸ ਥੈ ਰੋਵਹਿ ਰੋਜ਼, ਉਹ ਵਿਚਾਰਾ ਫਿਰ ਕਿਹਦੇ ਕੋਲ ਜਾ ਕੇ ਰੋਣਾ ਕਰੇ, ਬਈ ਭਾਈ ਮੇਰਾ ਵਿਚੋਲਾ ਬਣ ਜਾ, ਮੇਰੀ ਹਾਮੀ ਭਰ ਦੇ, ਗਵਾਹੀ ਭਰ ਦੇ। ਉਹਦੀ ਕੋਈ ਵਿਚੋਲਗੀ ਨਹੀਂ ਕਰਦਾ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਸਤਿਗੁਰੂ ਜੀ ਕਹਿੰਦੇ, ਹੁਣ ਕਿਸੇ ਦਾ ਕੀਤਾ ਹੋਇਆ ਕੁਝ ਨਹੀਂ ਹੋ ਸਕਦਾ, ਕਿਉਂਕਿ ਧੁਰੋਂ ਲੇਖਾ ਹੀ ਐਸਾ ਬਣ ਗਿਆ ਵੀ ਇਹ ਧੁਰੋਂ ਹੀ ਪਰਮਾਤਮਾ ਵੱਲੋਂ ਫਿਟਕਾਰਿਆ ਹੋਇਆ ਹੈ, ਮਾਰਿਆ ਹੋਇਆ। ਜਿਹਨੇ ਵਾਹਿਗੁਰੂ ਦਾ ਦਿੱਤਾ ਹੋਇਆ ਇੰਨਾ ਕੁਝ ਪ੍ਰਾਪਤ ਕਰਕੇ ਸ਼ੁਕਰਾਨਾ ਨਹੀਂ ਕੀਤਾ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਏਕ ਪੀ ਨਾ ਦੇ 10 ਪੀ ਹਿਰ ਲੈ ਤੋ ਬੂੜਾ, ਕਹ ਕਹਾ ਕਰੇ। 10 ਵਸਤੂਆਂ ਲੈ ਲੀਆਂ, ਇੱਕ ਵਸਤੂ ਦੇਣੀ ਸੀ ਗੁਰੂ ਨੂੰ, ਉਹਦੇ ਵਾਸਤੇ ਕਹਿੰਦੇ ਬੇਕਰਾਰਾ ਹੋ ਗਿਆ। ਧੁਰੋਂ ਹੀ ਪਰਮਾਤਮਾ ਵੱਲੋਂ ਮਹਾਰਾਜ ਕਹਿੰਦੇ ਮਾਰਿਆ ਹੋਇਆ ਹੈ। ਧੁਰੋਂ ਹੀ ਐਸੇ ਕਰਮ ਲਿਖੇ ਹੋਏ ਨੇ, ਸੰਜੋਗ ਹੀ ਐਸਾ ਬਣ ਗਿਆ, ਹੁਣ ਕੀਤਾ ਹੋਇਆ ਕੁਝ ਹੋ ਨਹੀਂ ਸਕਦਾ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ। ਜਿਹੜੇ ਵੱਡਿਆਂ ਭਾਗਾਂ ਵਾਲੇ ਨੇ, ਉਹਨਾਂ ਨੂੰ ਮੇਰਾ ਪ੍ਰਭੂ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਮਿਲ ਜਾਂਦਾ ਹੈ। ਗੁਰੂ ਦਾ ਮਿਲਣਾ ਕੀ ਹੈ? ਉਹ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ, ਉਹਨਾਂ ਦੇ ਅੰਦਰੋਂ ਮੋਹ ਮਾਇਆ ਦਾ ਅਸਰ ਖਤਮ ਹੋ ਜਾਂਦਾ ਹੈ। ਕਬੀਰ ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ। ਫਿਰ ਉਹ ਕਮਾਈ ਕਰਦੇ ਨੇ ਨਾਮ ਦੀ, ਸ਼ਬਦ ਦੀ। ਉਤਰੇ ਸਭ ਵਿਯੋਗ, ਉਹਨਾਂ ਦੇ ਹਿਰਦੇ ਵਿੱਚੋਂ ਸਾਰੇ ਵਿਛੋੜੇ ਦੂਰ ਹੋ ਜਾਂਦੇ, ਉਤਰ ਜਾਂਦੇ ਨੇ। ਵਡਭਾਗੀ ਮੇਰਾ ਪ੍ਰਭ ਮਿਲੈ,
ਜਿਨ੍ਹਾਂ ਨੂੰ ਵੱਡਿਆਂ ਭਾਗਾਂ ਨਾਲ ਮੇਰਾ ਪ੍ਰਭੂ ਮਿਲਿਆ ਹੈ, ਉਹਨਾਂ ਨੂੰ ਫਿਰ ਕੋਈ ਵਿਛੋੜਾ ਨਹੀਂ ਰਹਿੰਦਾ, ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ ਹੈ। ਨਾਨਕ ਕੋ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ, ਭਾਈ ਇਸ ਤਰ੍ਹਾਂ ਬੇਨਤੀ ਕਰੀਏ, हे ਮੇਰੇ ਪ੍ਰਭੂ ਪਰਮਾਤਮਾ, ਤੂੰ ਸਾਰਿਆਂ ਦੀ ਬੰਦ ਖਲਾਸੀ ਕਰਨ ਵਾਲਾ ਹੈ। ਬੰਦੀ ਨਾਮ ਹੁੰਦਾ ਹੈ ਕੈਦ ਦਾ, ਤੂੰ ਕੈਦ ਵਿੱਚੋਂ ਛਡਾਉਣ ਵਾਲਾ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਬਰ ਦੀ ਜੇਲ੍ਹ ਵਿੱਚੋਂ ਪਤਾ ਹੀ ਨਹੀਂ ਕਿੰਨੇ ਛੁਡਾਏ ਸਨ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਚੋਂ ਛੁਡਾਏ ਨਾ 52 ਰਾਜੇ। ਹੁਣ ਦਿਹਾੜਾ ਆ ਰਿਹਾ ਬੰਦੀ ਛੋੜ ਦਿਹਾੜਾ, 52 ਰਾਜੇ ਸਾਧ ਸੰਗਤ ਜਿਨ੍ਹਾਂ ਦੀ ਕੋਈ ਪੁੱਛ ਗਿੱਛ ਨਹੀਂ ਸੀ, ਜਿਹੜੇ ਉੱਥੇ ਪਾਏ ਹੋਏ ਸਨ ਜੇਲ੍ਹਾਂ ਵਿੱਚ, ਜਿੱਥੇ ਬਸ ਕੇਵਲ ਲਾਸ਼ ਹੀ ਬਾਹਰ ਆਉਂਦੀ ਸੀ, ਬੰਦਾ ਜਿਉਂਦਾ ਬਾਹਰ ਕਦੇ ਨਹੀਂ ਸੀ ਆਇਆ ਉੱਥੋਂ ਗਵਾਲੀਅਰ ਚੋਂ। ਪਰ ਸਤਿਗੁਰਾਂ ਨੇ 52 ਰਾਜੇ ਉਹਨਾਂ ਨੂੰ ਕੈਦ ਵਿੱਚੋਂ ਛਡਾਇਆ। ਸਮੇਂ ਸਮੇਂ ਤੇ ਬਾਲਾ ਰਾਓ, ਰੁਸਤਮ ਰਾਓ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 30 ਸਾਲ ਬਾਅਦ, ਸੱਚਖੰਡ ਜਾਣ ਤੋਂ 30 ਸਾਲ ਬਾਅਦ ਛੁਡਾਏ ਸਨ ਬਾਲਾ ਰਾਓ ਤੇ ਰੁਸਤਮ ਰਾਓ। ਮਨਮਾੜ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਮਹਾਰਾਜ ਨੇ ਇਹਨਾਂ ਨੂੰ ਛੱਡ ਕੇ ਆਂਦਾ ਸੀ। ਤੇ ਇਸ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਔਰੰਗਜ਼ੇਬ ਨੇ ਜੇਲ੍ਹਾਂ 'ਚ ਪਾਏ ਹੋਏ ਸੀ, ਉਹ ਕਿਹੜਾ ਥੋੜੇ ਬਹੁਤੇ ਸਨ, ਉਹ ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਸੀ ਉਹਨੂੰ ਕਹਿ ਕੇ ਛੁਡਾਏ ਸੀ। ਸਮੇਂ ਸਮੇਂ ਤੇ ਪਤਾ ਹੀ ਨਹੀਂ ਕਿੰਨੇ ਛੁਡਾਏ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ, हे ਵਾਹਿਗੁਰੂ, ਸਾਨੂੰ ਇਹਨਾਂ ਜੰਮਣ ਮਰਨ ਦੇ ਬੰਦੀ ਵਿੱਚੋਂ ਛਡਾਉਣਾ ਕਰੋ। ਜਿਹੜਾ ਜੰਮਣ ਮਰਨ ਦਾ ਚੱਕਰ ਹੈ ਨਾ, ਇਹ ਵੀ ਇੱਕ ਬੰਦੀ ਹੈ, ਕੈਦ ਹੈ ਸਾਧ ਸੰਗਤ। ਇੱਥੋਂ ਸਾਨੂੰ ਮੋਹ ਮਾਇਆ ਤੋਂ, ਹਉਮੈ ਤੋਂ, ਵਿਕਾਰਾਂ ਤੋਂ ਸਾਨੂੰ ਛਡਾਉਣਾ ਕਰੋ। हे ਵਾਹਿਗੁਰੂ, ਸਾਨੂੰ ਰੱਖ ਲੈਣਾ ਕਰ। ਕਤਕ ਹੋਵੈ ਸਾਧ ਸੰਗ, ਬਿਨ ਸਹੇ ਸਭੇ ਸੋਚ। ਸਤਿਗੁਰੂ ਜੀ ਫਰਮਾਉਂਦੇ, ਭਾਈ ਜਿਹੜਾ ਕੱਤਕ ਦੇ ਮਹੀਨੇ ਵਿੱਚ ਸਾਧ ਸੰਗਤ ਕਰੇਗਾ, ਉਹਦੇ ਮਨ ਵਿੱਚੋਂ ਸਾਰੀਆਂ ਸੋਚਾਂ ਖਤਮ ਹੋ ਜਾਣਗੀਆਂ। ਹੁਣ ਜਿਹੜੀਆਂ ਦੁਨੀਆ ਦੀਆਂ ਸੋਚਾਂ ਨੇ ਨਾ, ਅਸੀਂ ਕਹਿੰਦੇ ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਕਿਤੇ ਕੁਝ ਸੋਚਦਾ, ਕਦੇ ਕੁਝ ਸੋਚਦਾ, ਜਾਂ ਹੋਰ ਕਈ ਤਰ੍ਹਾਂ ਦੇ ਅੰਦਰ ਦੁੱਖ ਨੇ, ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ, ਉਹ ਸਾਰੀਆਂ ਸੋਚਾਂ ਖਤਮ ਹੋ ਜਾਣਗੀਆਂ ਜੇ ਤੂੰ ਕੱਤਕ ਦੇ ਮਹੀਨੇ 'ਚ ਸਾਧ ਸੰਗਤ ਕਰਨਾ ਸ਼ੁਰੂ ਕਰ ਦੇ। ਸੋ ਇਹ ਸਾਨੂੰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ ਕਿ ਕੱਤਕ ਦੇ ਮਹੀਨੇ ਵਿੱਚ ਭਾਈ, ਜਿਵੇਂ ਕੱਤਕ ਦਾ ਮਹੀਨਾ ਹੈ, ਇਹ ਮਨੁੱਖਾ ਜਨਮ ਹੈ। ਮਨੁੱਖੇ ਜਨਮ ਵਿੱਚ ਜਿਹੋ ਜੇ ਤੂੰ ਮਹਾਰਾਜ ਕਹਿੰਦੇ ਕਰਮ ਕਰੇਗਾ, ਉਹੋ ਜਿਹਾ ਤੈਨੂੰ ਫਲ ਮਿਲੀ ਜਾਣਾ ਹੈ। ਉਹ ਕਰਮ ਕਰੀਏ ਜਿਨ੍ਹਾਂ ਨਾਲ ਸਾਨੂੰ ਗੁਰੂ ਮਿਲਦਾ ਹੈ। ਗੁਰਬਾਣੀ ਪੜ੍ਹਿਆ ਕਰੋ, ਇਹ ਵੀ ਕਰਮ ਹੈ ਨਾ। ਚਰਨ ਚੱਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ, ਸ਼ਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਗੋਬਿੰਦ ਪਰਮਾਤਮਾ ਦੇ ਰਸਤੇ ਤੇ ਚੱਲ, ਮਿਟੇ ਪਾਪ ਜਪੀਐ ਹਰ ਬਿੰਦ। ਹਰ ਸਮੇਂ ਉਸ ਵਾਹਿਗੁਰੂ ਨੂੰ ਜਪ, ਤੇਰੇ ਸਾਰੇ ਪਾਪ ਧੋਤੇ ਜਾਣਗੇ, ਮਿਟ ਜਾਣਗੇ। ਕਰ ਹਰ ਕਰਮ, ਵਾਹਿਗੁਰੂ ਦੀ ਪ੍ਰਾਪਤੀ ਵਾਲੇ ਕੰਮ ਕਰਿਆ ਕਰ। ਕਥਾ ਸੁਣਿਆ ਕਰ। ਉਹ ਕਰਮ ਕਿਹੜੇ ਨੇ? ਕਥਾ ਸੁਣਨੀ। ਕਰ ਹਰ ਕਰਮ, ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਵਾਹਿਗੁਰੂ ਦੀ ਦਰਗਾਹ ਵਿੱਚ ਤੇਰਾ ਮੁਖ ਬੜਾ ਸੋਹਣਾ ਹੋ ਜਾਏਗਾ। ਉਹ ਮੁਖ ਬਣ ਜਾਏਗਾ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹੋ ਜਿਹਾ ਜੀਵਨ ਬਣਾਈਏ, ਸਾਧ ਸੰਗਤ ਕਰਿਆ ਕਰੋ, ਨਾਮ ਬਾਣੀ ਨਾਲ ਜੁੜੀਏ, ਘਰ ਪਰਿਵਾਰ 'ਚ ਰਹਿੰਦਿਆਂ ਵੀ ਬੰਦਗੀ ਕਰੀਏ, ਕਥਾ ਕੀਰਤਨ ਸੁਣਿਆ ਕਰੋ। ਸਤਿਗੁਰੂ ਜੀ ਸਾਰਿਆਂ ਤੇ ਕਿਰਪਾ ਰਹਿਮਤ ਕਰਨ। ਜਿਵੇਂ ਅੱਸੂ ਦਾ ਮਹੀਨਾ ਸੁੱਖ ਸ਼ਾਂਤੀ ਨਾਲ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਹੈ, ਇਸੇ ਤਰ੍ਹਾਂ ਹੀ ਮਹਾਰਾਜ ਕੱਤਕ ਦਾ ਮਹੀਨਾ ਵੀ ਮਿਹਰ ਭਰਿਆ ਹੱਥ ਰੱਖ ਕੇ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ, ਨਾਮ ਸੇਵਾ ਸਿਮਰਨ ਭਾਣੇ ਦੀ ਦਾਤ ਬਖਸ਼ ਕੇ ਬਤੀਤ ਕਰਵਾਉਣ। ਸਮਾਪਤੀ ਹੈ।
ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਨਾਨਕ ਕਉ ਪ੍ਰਭ ਰਾਖ ਲੇਹੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹੇ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।